ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਰਾਂ ਮਹਾ ਮਾਝ ਮਹਲਾ ਪੰਜਵਾ। ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਤੇਨ ਦੁਧੈ ਤੇ ਬਾਹਰੀ ਕਿਤੇ ਨ ਆਵੇ ਕਾਮ। ਜਲ ਵਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਹਰ ਨਾਹ ਨ ਮਿਲਿਐ ਸਾਜਨੇ ਕਤ ਪਾਈਐ ਵਿਸਰਾਮ। ਜਿਤ ਘਰ ਹਰ ਕੰਤ ਨ ਪ੍ਰਗਟਈ ਭਟ ਨਗਰ ਸੇ ਗ੍ਰਾਮ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਬਿਹੂਣੀਆ ਮੀਤ ਸਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਚੇਤ ਗੋਬਿੰਦ ਰਾਧੀਐ ਹੋਵੇ ਆਨੰਦ ਕਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਇਕ ਖਿਨ ਤਿਸ ਬਿਨ ਜੀਵਣਾ ਵਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ
ਤਿਸ ਕੈ ਪਾਏ ਲਗਾ। ਹਰ ਦਰਸ਼ਨ ਕੋ ਮਨ ਲੋਚਦਾ। ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ। ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਨਦਰ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਭਾਗਾਂ ਦੀ ਨਿਸ਼ਾਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਕਮਲਾਂ ਵਿੱਚ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ 12 ਮਹਾਮਾਝ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਇਹ 14 ਮਹੀਨਿਆਂ ਦਾ ਜੋ ਉਪਦੇਸ਼ ਹੈ, ਇਹਦੇ ਵਿੱਚ ਨਵੇਂ ਸਾਲ ਦਾ ਪਹਿਲਾ ਮਹੀਨਾ ਆਰੰਭ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਸੀ ਮਹੀਨਿਆਂ ਦੀ ਆਰੰਭਤਾ ਪਹਿਲਾ ਮਹੀਨਾ ਚੇਤ ਦਾ ਮਹੀਨਾ ਹੈ। ਇਸ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ, ਜਿਹਦੇ ਵਿੱਚ ਬੇਨਤੀ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਮੰਗ ਕੀਤੀ ਗਈ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਕਿਰਪਾ ਬਖਸ਼ਿਸ਼ ਕਰੋ, ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ ਹਾਂ, ਤੁਸੀਂ ਆਪਣੀ ਕਿਰਪਾ ਕਰਕੇ ਮਿਲੋ। ਹੇ ਅਕਾਲ ਪੁਰਖ ਵਾਹਿਗੁਰੂ, ਉਸ ਆਨੰਦ ਦੀ ਪ੍ਰਾਪਤੀ ਬਖਸ਼ਿਸ਼ ਕਰੋ ਜੋ ਤੁਹਾਡੇ ਵਿਛੜਨ ਤੋਂ ਬਾਅਦ ਖਤਮ ਹੋਇਆ ਹੈ। ਸੰਸਾਰ ਦੇ ਅੰਦਰ ਆਪਾਂ ਨੂੰ ਬਹੁਤ ਕੁਝ ਮਿਲਦਾ ਹੈ, ਪਰ ਇਹ ਪਦਾਰਥਾਂ ਦੇ ਵਿੱਚੋਂ ਸੁੱਖ ਦੇ ਸਾਧਨ ਮਿਲਦੇ ਹਨ। ਮਨੁੱਖ ਦਾ ਮਨ ਸਦੀਵੀ ਕਾਲ ਵਾਸਤੇ ਸੁਖੀ ਨਹੀਂ ਹੁੰਦਾ। ਕਦੇ ਮਨ ਦੇ ਅੰਦਰ ਬਹੁਤ ਖੁਸ਼ੀ ਹੈ, ਕਦੇ ਬਹੁਤ ਗਮ ਹੁੰਦੇ ਹਨ। ਕਦੇ ਮਨੁੱਖ ਤਰੱਕੀ ਵੱਲ ਵੱਧਦਾ ਹੈ, ਕਦੇ ਪਛੜ ਜਾਂਦਾ ਹੈ। ਕਦੇ ਹਰਖ, ਕਦੇ ਸੋਗ, ਕਦੇ ਤੰਦਰੁਸਤੀ, ਕਦੇ ਰੋਗ। ਇਹਨਾਂ ਅਵਸਥਾਵਾਂ ਵਿੱਚ ਮਨ ਸੁਖੀ ਰਵੇ, ਮਨ ਆਨੰਦ ਵਿੱਚ ਰਵੇ, ਉਹਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਮੰਗ ਕੀਤੀ ਗਈ। ਫਿਰ ਪਾਤਸ਼ਾਹ ਜੀ ਨੇ ਨਾਲ ਉਦਾਹਰਨਾਂ ਦਿੱਤੀਆਂ, ਭਾਈ ਤੂੰ ਦੁਖੀ ਕਿਉਂ ਹੋ ਰਿਹਾ? ਤੇਰੇ ਦੁੱਖਾਂ ਦਾ ਕਾਰਨ ਕੀ ਹੈ? ਜਿਵੇਂ ਪਾਣੀ ਤੋਂ ਬਗੈਰ ਖੇਤੀ ਸੁੱਕ ਜਾਂਦੀ ਹੈ, ਫਸਲ ਜਿਹੜੀ ਹੈ ਉਹ ਪਾਣੀ ਤੋਂ ਬਗੈਰ ਨਹੀਂ ਹੁੰਦੀ। ਬੀਜ ਵੀ ਮੌਜੂਦ ਹੈ, ਖੇਤ ਵੀ ਹਨ, ਉਪਜਾਊ ਧਰਤੀ ਵੀ ਹੋਵੇ, ਪਰ ਪਾਣੀ ਨਾ ਹੋਵੇ ਤਾਂ ਫਸਲਾਂ ਸੁੱਕ ਜਾਂਦੀਆਂ ਹਨ। ਇਸ ਤਰ੍ਹਾਂ ਸੰਸਾਰ ਵਿੱਚ ਤੇਰੇ ਕੋਲ ਅਮੀਰੀ ਵੀ ਹੋਵੇ, ਪੈਸਾ ਵੀ ਹੋਵੇ, ਸਰੀਰ ਵੀ ਹੈ, ਪਰਿਵਾਰ ਵੀ ਹੈ, ਸਭ ਕੁਝ ਹੁੰਦਿਆਂ ਰੱਬ ਦੀ ਯਾਦ ਨਹੀਂ ਹੈ,
ਤਾਂ ਇਸ ਸੰਸਾਰ ਦੇ ਪਰਿਵਾਰ ਪਦਾਰਥਾਂ ਵਿੱਚ ਤੂੰ ਸੁੱਕ ਜਾਏਗਾ, ਜਿਵੇਂ ਪਾਣੀ ਤੋਂ ਬਗੈਰ ਖੇਤੀ ਸੁੱਕ ਜਾਂਦੀ। ਇਹ ਸਦੀਵੀ ਨਹੀਂ ਤੈਨੂੰ ਇਸ ਤਰ੍ਹਾਂ ਸੰਸਾਰ ਵਿੱਚ ਸੁੱਖ ਦੇਣਗੇ। ਜਿਵੇਂ ਦੁੱਧ ਤੋਂ ਬਗੈਰ ਗਾਂ ਜਿਹੜੀ ਹੈ ਉਹਨੂੰ ਘਰ ਵਿੱਚ ਕੋਈ ਵੀ ਰੱਖ ਕੇ ਉਹਦੀ ਸੇਵਾ ਨਹੀਂ ਕਰਦਾ। ਦੁੱਧ ਹੈ ਤਾਂ ਸੇਵਾ ਹੈ। ਜੇ ਗਾਂ ਦੁੱਧ ਨਾ ਦੇਵੇ ਉਸ ਨੂੰ ਲੋਕ ਅਵਾਰਾ ਛੱਡ ਦਿੰਦੇ ਹਨ। ਉਹ ਫਿਰ ਧੁੱਪ, ਗਰਮੀ, ਸਰਦੀ, ਭੁੱਖ, ਪਿਆਸ ਸਭ ਕੁਝ ਬਰਦਾਸ਼ਤ ਕਰਦੀ। ਜਿੰਨੀ ਦੇਰ ਉਹ ਕਿਸੇ ਮਾਲਕ ਦੇ ਕਿੱਲੇ ਤੇ ਬੰਨੀ ਹੈ, ਮਾਲਕ ਨੂੰ ਫਿਕਰ ਹੈ, ਉਹ ਪਾਣੀ ਵੀ ਦਿੰਦਾ, ਪੱਠੇ ਵੀ ਪਾਉਂਦਾ। ਇਸ ਤਰ੍ਹਾਂ ਭਾਈ ਰੱਬ ਤੋਂ ਟੁੱਟ ਕੇ ਤੇਰੀ ਹਾਲਤ ਇਸ ਤਰ੍ਹਾਂ ਦੇ ਹਾਲਾਤ ਹੋ ਗਏ। ਤਾਂ ਕਰਕੇ ਅਰਦਾਸ ਕਰ, ਹੇ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਕੇ ਰੱਖੋ। ਜਿਨ੍ਹਾਂ ਸੁੱਖਾਂ ਦੀ ਅਸੀਂ ਭਾਲ ਕਰ ਰਹੇ ਹਾਂ ਸੰਸਾਰ ਵਿੱਚ, ਉਹ ਸੁੱਖ ਪਦਾਰਥਾਂ ਵਿੱਚੋਂ ਮਿਲ ਨਹੀਂ ਰਹੇ। ਮਿਲ ਜਾਂਦੇ ਹਨ ਫਿਰ ਦੁਖੀ ਹੋ ਜਾਈਦਾ। ਤਾਂ ਪਾਤਸ਼ਾਹ ਨੇ ਕਿਹਾ ਬਸ ਇੱਕੋ ਹੀ ਰਸਤਾ ਹੈ, ਅਰਦਾਸ ਕਰ, ਬੇਨਤੀ ਕਰ। 12 ਮਹਾਮਾਝ ਮਹੱਲਾ ਪੰਜਵਾਂ। ਮਾਝ ਰਾਗ ਹੈ, ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਮਹਾਰਾਜ ਜੀ। ਇਸ ਸ਼ਬਦ ਨੂੰ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਖੇਪ ਵਿੱਚ ਮੂਲ ਮੰਤਰ ਹੈ, ਉਹ ਇੱਕ ਅਕਾਲ ਪੁਰਖ ਜੋ ਅਦੁੱਤੀ ਹੈ, ਸਰਵ ਵਿਆਪਕ ਹੈ, ਰੱਬ ਹੈ, ਓਮਨੀਪੋਟੈਂਟ ਹੈ। ਉਹ ਸਤਿਗੁਰ ਜੀ ਦੀ ਕਿਰਪਾ ਨਾਲ ਹੀ ਪ੍ਰਾਪਤੀ ਹੁੰਦੀ ਹੈ। ਅੱਗੇ ਫਿਰ ਪਾਤਸ਼ਾਹ ਨੇ ਬਚਨ ਕਹੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਰਦਾਸ ਕਰ, ਹੇ ਵਾਹਿਗੁਰੂ ਅਸੀਂ ਕਰਮਾਂ ਕਰਕੇ ਵਿਛੜ ਗਏ। ਜਦੋਂ ਦਾ ਸੰਸਾਰ ਵਿੱਚ ਜਨਮ ਲਿਆ, ਤਦੋਂ ਦੇ ਸੰਸਾਰ ਦੀ ਖਿੱਚ ਨੇ ਸਹਿਜੇ ਸਹਿਜੇ ਰੱਬ ਤੋਂ ਦੂਰ ਕਰ ਦਿੱਤਾ। ਤੁਸੀਂ ਵੇਖੋਗੇ ਆਪਾਂ ਪਰਿਵਾਰਾਂ ਵਾਲੇ ਹਾਂ, ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਕਹਿੰਦੇ ਨੇ ਉਹ ਰੋਣ ਲੱਗ ਪੈਂਦਾ। ਸੰਸਾਰ ਦੇ ਲੋਕ ਉਸ ਨੂੰ ਤੰਦਰੁਸਤ ਸਮਝਦੇ ਹਨ, ਪਰ ਅਸਲੀਅਤ ਵਿੱਚ ਮਾਤਾ ਦੇ ਗਰਭ ਵਿੱਚ ਰੱਬ ਨਾਲ ਜੁੜੀ ਹੋਈ ਸੁਰਤ ਜਦੋਂ ਹੀ ਸੰਸਾਰ ਵਿੱਚ ਟੁੱਟਿਆ, ਉਸ ਪਾਸਿਓਂ ਹਨੇਰਾ ਹੋਇਆ, ਤਾਂ ਉਹ ਬਿਰਲਾਪ, ਉਹ ਰੋਣਾ ਸ਼ੁਰੂ ਹੋ ਗਿਆ। ਫਿਰ ਸੰਸਾਰ ਵਿੱਚ ਇਸ ਤਰ੍ਹਾਂ ਜੁੜ ਗਏ, ਪਰਤ ਕੇ ਉਸ ਅਕਾਲ ਪੁਰਖ ਰੱਬ ਦੇ ਲਈ ਇਹ ਜੀਵ ਕਦੇ ਰੋਇਆ ਹੀ ਨਹੀਂ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਹੀ ਲਿਵ ਛੁਟਕੀ ਤਾਂ ਸੰਸਾਰ ਦਿਸਣਾ ਸ਼ੁਰੂ ਹੋਇਆ। ਇਹ ਸੰਸਾਰ ਰੱਬ ਨੇ ਇੰਨਾ ਮਿੱਠਾ ਬਣਾਇਆ, ਬੰਦੇ ਦੇ ਵੱਸ ਦੀ ਗੱਲ ਹੀ ਨਹੀਂ ਰਹੀ। ਇਹ ਰੱਬ ਤੋਂ ਵਿਛੜ ਗਿਆ, ਕਿਉਂਕਿ ਅਕਾਲ ਪੁਰਖ ਰੱਬ ਨੇ ਉਸੇ ਵਕਤ ਸੰਸਾਰ ਵਿੱਚ ਇੰਨੀ ਮਿਠਾਸ ਭਰੀ ਹੈ। ਸਭ ਤੋਂ ਪਹਿਲਾਂ ਰੋਂਦਾ ਬੱਚਾ, ਜਦੋਂ ਮਾਂ ਉਸ ਨੂੰ ਸੀਨੇ ਨਾਲ ਲਾਉਂਦੀ ਹੈ, ਰੋਂਦੇ ਹੋਏ ਬੱਚੇ ਦੇ ਮੂੰਹ ਵਿੱਚ ਦੁੱਧ ਪਾਇਆ ਜਾਂਦਾ ਹੈ, ਉਸੇ ਵਕਤ ਤੋਂ ਚੁੱਪ ਕਰ ਜਾਂਦਾ। ਪਾਤਸ਼ਾਹ ਨੇ ਕਿਹਾ ਉਹ ਵੀ ਮਾਇਆ ਸੀ ਰੱਬ ਨਾਲੋਂ ਤੋੜਨ ਵਾਸਤੇ। ਸੰਸਾਰ ਵਿੱਚ ਐਸਾ ਵਿਛੜਿਆ ਕਿ ਫਿਰ ਇਕੱਲਾ ਦੁੱਧ ਕਰਕੇ ਸੀਮਤ ਨਹੀਂ ਰਿਹਾ। ਉਸ ਤੋਂ ਬਾਅਦ ਜਿਵੇਂ ਜਿਵੇਂ ਸਰੀਰ ਵੱਡਾ ਹੁੰਦਾ ਗਿਆ, ਇਹਨੂੰ ਸੰਸਾਰ ਦੀ ਪਹਿਚਾਣ ਹੋਣ ਲੱਗ ਪਈ। ਫਿਰ ਥੋੜ੍ਹੇ ਮਹੀਨਿਆਂ ਦਾ ਜਦੋਂ ਬੱਚਾ ਹੁੰਦਾ ਹੈ, ਤੁਸੀਂ ਵੇਖਦੇ ਉਹਨੂੰ ਮਾਵਾਂ ਦੇ ਹੱਥਾਂ ਦੀ ਪਹਿਚਾਣ ਹੋ ਜਾਂਦੀ। ਕੋਈ ਹੋਰ ਚੁੱਕ ਲਵੇ ਤਾਂ ਉਹ ਰੋਣ ਲੱਗ ਪੈਂਦਾ, ਮਾਂ ਚੁੱਕੇ ਤਾਂ ਚੁੱਪ ਕਰ ਜਾਂਦਾ। ਇਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਮਾਇਆ ਸੀ। ਤਾਂ ਪਾਤਸ਼ਾਹ ਨੇ ਬਚਨ ਕਹੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਪਹਿਲਾਂ ਬੱਚੇ ਦਾ ਮੋਹ ਲੱਗਾ ਦੁੱਧ ਨਾਲ। ਰੋਂਦਾ ਹੋਇਆ ਬੱਚਾ ਕਿਸੇ ਤਰ੍ਹਾਂ ਚੁੱਪ ਨਹੀਂ ਕਰਦਾ, ਉਸ ਨੂੰ ਦੁੱਧ ਪਿਲਾਓ ਫਿਰ ਚੁੱਪ ਕਰਦਾ। ਤਾਂ ਬਹੁਤ ਵਾਰ ਇਸ ਤਰ੍ਹਾਂ ਬੱਚਿਆਂ ਦੇ ਮੂੰਹ ਵਿੱਚ ਨਿੱਪਲ ਲਾਈ ਹੋਈ ਹੈ ਦੁੱਧ ਦੀ ਬੋਤਲ, ਜੇ ਉਹ ਤੁਸੀਂ ਕੱਢ ਦਿਓ ਰੋਣ ਲੱਗ ਪੈਂਦੇ। ਉਹਦਾ ਮੋਹ ਉਸ ਨਾਲ ਲੱਗ ਗਿਆ। ਇਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਮਾਇਆ ਸੀ। ਦੂਜੇ ਮਾਏ ਬਾਪ ਕੀ ਸੁਧ, ਉਹਨੂੰ ਪਹਿਚਾਣ ਹੋਣ ਲੱਗ ਪਈ ਮਾਂ ਦੇ ਹੱਥਾਂ ਦੀ, ਪਿਓ ਦੀ ਪਹਿਚਾਣ ਹੋਣ ਲੱਗ ਪਈ। ਮਾਂ ਪਿਓ ਚੁੱਕੇ ਤਾਂ ਚੁੱਪ ਕਰ ਜਾਂਦਾ ਹੈ, ਕਿਸੇ ਹੋਰ ਕੋਲ ਬੱਚਾ ਚਲਾ ਜਾਏ ਰੋਣ ਲੱਗ ਪੈਂਦਾ।
ਫਿਰ ਪਾਤਸ਼ਾਹ ਨੇ ਕਿਹਾ ਹੋਰ ਵੱਡਾ ਹੋਇਆ, ਰੱਬ ਦੀ ਸੋਝੀ ਘਟਦੀ ਗਈ। ਜਿਵੇਂ ਇਹਦਾ ਸਰੀਰ ਵੱਡਾ ਹੋਇਆ, ਇਹਦੀ ਪਹਿਚਾਣ ਬਦਲਣ ਲੱਗ ਪਈ। ਮਾਂ ਪਿਓ ਤੋਂ ਬਾਅਦ ਤੀਜੇ ਭਇਆ ਬਾਬੀ ਬੇਵ, ਇਹਨੂੰ ਭਰਾਵਾਂ ਦੀ ਭੈਣਾਂ ਦੀ ਪਹਿਚਾਣ ਹੋ ਗਈ। ਹੁਣ ਆਪਣੀ ਭੈਣ ਚੁੱਕ ਲੈ ਤਾਂ ਛੋਟਾ ਜਿਹਾ ਬੱਚਾ ਚੁੱਪ ਕਰ ਜਾਂਦਾ, ਕੋਈ ਹੋਰ ਚੁੱਕ ਲਵੇ ਰੋਣ ਲੱਗ ਪਏ। ਉਸ ਨੂੰ ਭੈਣ ਭਰਾ ਦੀ ਪਹਿਚਾਣ ਹੋਣ ਲੱਗ ਪਈ। ਔਰ ਤੁਸੀਂ ਵੇਖੋਗੇ ਨਿੱਕੇ ਜਿਹੇ ਬੱਚੇ ਨੂੰ ਕਹੋ ਆ ਫਲਾਨੇ ਨੂੰ ਚੀਜ਼ ਦੇ ਦਿਓ, ਦਿੰਦਾ ਨਹੀਂ। ਆਪਣੀ ਭੈਣ ਭਰਾ ਨੂੰ ਕਹੋ ਉਹਨੂੰ ਦੇ ਦਿਓ, ਆਪਣੀ ਭੈਣ ਤੇ ਭਰਾ ਨੂੰ ਚੀਜ਼ ਦੇ ਦਿੰਦਾ। ਉਹਨੂੰ ਪਹਿਚਾਣ ਹੋ ਗਈ, ਇਹ ਮੇਰੀ ਭੈਣ ਭਰਾ ਹਨ। ਪਾਤਸ਼ਾਹ ਨੇ ਕਿਹਾ ਰੱਬ ਵੱਲ ਦੀ ਪਹਿਚਾਣ ਘਟਦੀ ਗਈ, ਸੰਸਾਰ ਦੀ ਪਹਿਚਾਣ ਜੀਵ ਨੂੰ ਵੱਧਦੀ ਗਈ। ਤੀਜੇ ਭਇਆ ਬਾਬੀ ਬੇਵ, ਚੌਥੇ ਪਿਆਰੂ ਪੰਨੀ ਖੇਡ। ਰੱਬ ਤੋਂ ਕਰਮਾਂ ਕਰਕੇ ਐਸਾ ਵਿਛੜਿਆ, ਥੋੜਾ ਜਿਹਾ ਹੋਰ ਵੱਡਾ ਹੋਇਆ ਤਾਂ ਖੇਡ ਨਾਲ ਪਿਆਰ। ਹੁਣ ਮਿੱਤਰ ਦੋਸਤਾਂ ਵਿੱਚ ਖੇਡਦਾ, ਉਹਨੂੰ ਬੱਚਿਆਂ ਵਿੱਚ ਖੇਡਣ ਵਿੱਚ ਰਸ ਆਉਂਦਾ, ਘੰਟਿਆਂ ਵੱਧੀ ਖੇਡਦਾ, ਉਹਨੂੰ ਖਾਣਾ ਪੀਣਾ ਭੁੱਲ ਜਾਂਦਾ। ਮਾਂ ਪਿਓ ਬੁਲਾ ਕੇ ਲਿਆਉਂਦੇ ਨੇ ਕਿ ਹੁਣ ਰੋਟੀ ਦਾ ਟਾਈਮ ਹੋ ਗਿਆ, ਆਹ ਕੋਈ ਸ਼ਕਲ ਆ, ਕਿਉਂ? ਉਹਨੂੰ ਖੇਡ ਪਿਆਰੀ ਹੋ ਗਈ, ਉਹਨੂੰ ਨਾਲ ਦਾ ਹਾਣ ਪਿਆਰਾ ਹੋਣ ਲੱਗ ਪਿਆ। ਜਿਵੇਂ ਜਿਵੇਂ ਉਮਰ ਵਧੀ ਤਿਵੇਂ ਤਿਵੇਂ ਰੱਬ ਤੋਂ ਦੂਰ ਹੁੰਦਾ ਗਿਆ, ਸੰਸਾਰ ਦੀ ਪਹਿਚਾਣ ਵੱਧਦੀ ਗਈ। ਘਰ ਦੀ ਚਾਰ ਦੀਵਾਰੀ ਤੋਂ ਬਾਹਰ ਹੋਰ ਮਿੱਤਰ ਬਣਾ ਲਏ, ਉਹਨਾਂ ਨਾਲ ਖੇਡਣ ਵਿੱਚ ਖੇਡ ਨਾਲ ਪਿਆਰ ਹੈ। ਫਿਰ ਪਾਤਸ਼ਾਹ ਨੇ ਕਿਹਾ ਉਮਰ ਹੋਰ ਵੱਧਦੀ ਹੈ, ਜਦੋਂ ਉਹ 10, 12, 15 ਸਾਲ ਦਾ ਹੁੰਦਾ ਤਾਂ ਰੱਬ ਦੀ ਪਹਿਚਾਣ ਹੋਰ ਘਟਦੀ ਚਲੀ ਗਈ, ਰੱਬ ਤੋਂ ਦੂਰ ਹੁੰਦਾ ਚਲਾ ਗਿਆ। ਜਿਵੇਂ ਇਹ 15, 16 ਸਾਲ ਦਾ ਹੋਇਆ, ਫਿਰ ਹਜ਼ੂਰ ਨੇ ਬਚਨ ਕਹੇ ਪੰਜਵੇਂ ਖਾਣ ਪੀਣ ਕੀ ਧਾਤ। ਫਿਰ ਖਾਣ ਪੀਣ ਵੱਲ ਜ਼ਿਆਦਾ ਧਿਆਨ ਦਿੰਦਾ, ਜੋ ਮਿਲੇ ਉਹ ਖਾ ਲੈਂਦਾ, ਵੱਧ ਤੋਂ ਵੱਧ ਖਾਂਦਾ, ਆਪਣੇ ਸਰੀਰ ਨੂੰ ਤਾਕਤਵਰ ਬਣਾਉਂਦਾ। ਕਈ ਤਰ੍ਹਾਂ ਦੀਆਂ ਖੁਰਾਕਾਂ, ਇਹਦਾ ਭੋਜਨ ਖੁਰਾਕ ਵੱਧ ਜਾਂਦੀ ਹੈ। ਤਾਂ ਪਾਤਸ਼ਾਹ ਨੇ ਕਿਹਾ ਫਿਰ ਭਾਈ ਰੱਬ ਤੋਂ ਬਹੁਤ ਦੂਰ ਹੋ ਗਿਆ, ਕਿਉਂਕਿ ਇਹਦੀ ਪਦਾਰਥਾਂ ਨਾਲ ਖਾਣ ਪੀਣ ਨਾਲ ਮੋਹ ਲੱਗ ਗਿਆ। ਫਿਰ ਇਹਨੂੰ ਆਪਣੇ ਸਰੀਰ ਨਾਲ ਮੋਹ ਹੋਣ ਲੱਗ ਪਿਆ, ਪਹਿਲਾਂ ਦੂਜਿਆਂ ਨਾਲ, ਫਿਰ ਆਪਣੇ ਆਪ ਨਾਲ। ਫਿਰ ਘੰਟਿਆਂ ਵੱਧੀ ਆਪਣੇ ਆਪ ਨੂੰ ਵੇਖਦਾ, ਮੈਂ ਸੋਹਣਾ ਲੱਗਦਾ ਹਾਂ, ਮੇਰਾ ਸਰੀਰ ਕਿਸ ਤਰ੍ਹਾਂ ਦਾ ਹੈ, ਮੈਂ ਦੂਜਿਆਂ ਵਰਗਾ ਬਣਨਾ ਹੈ, ਮੇਰੇ ਵਿੱਚ ਵੀ ਇਹ ਤਾਕਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਫਿਰ ਆਪਣੇ ਆਪ ਵਿੱਚ ਗੁਆਚਣਾ ਸ਼ੁਰੂ ਹੋ ਗਿਆ। ਤਾਂ ਹਜ਼ੂਰ ਨੇ ਬਚਨ ਕਹੇ ਭਾਈ ਫਿਰ ਇਹ ਭਰ ਜਵਾਨੀ ਵਿੱਚ ਪੈਰ ਰੱਖ ਲੈਂਦਾ, ਫਿਰ ਇਹ ਘਰ ਪਰਿਵਾਰ ਹੋਰ ਸਭ ਨੂੰ ਭੁੱਲਣ ਲੱਗ ਪੈਂਦਾ, ਉਹਨਾਂ ਨਾਲੋਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ, ਰੱਬ ਗਵਾਚ ਜਾਂਦਾ। ਤਦੋਂ ਇਸ ਉਮਰ ਵਿੱਚ ਇੱਕ ਚੀਜ਼ ਪ੍ਰਵੇਸ਼ ਕਰਦੀ, ਉਹਨੂੰ ਈਗੋ ਕਹਿੰਦੇ, ਹਉਮੈ। ਜਵਾਨੀ ਵਿੱਚ ਪੈਰ ਰੱਖਿਆ, ਹਉਮੈ ਵਧਣ ਲੱਗ ਪਈ, ਆਪਣੇ ਆਪ ਤੇ ਹਉਮੈ, ਮੈਂ ਸੋਹਣਾ ਹਾਂ, ਮੈਂ ਬਲਸ਼ਾਲੀ ਹਾਂ, ਮੇਰੇ ਵਿੱਚ ਤਾਕਤ ਹੈ, ਮੈਂ ਬਹੁਤ ਸਮਝਦਾਰ ਹਾਂ। ਤੇ ਇਸ ਉਮਰ ਵਿੱਚ ਈਗੋ ਨੇ ਜਨਮ ਲਿਆ, ਕਈ ਤਰ੍ਹਾਂ ਦੇ ਵਿਕਾਰ ਬਣਨੇ ਸ਼ੁਰੂ ਹੋ ਗਏ। ਫਿਰ ਪਾਤਸ਼ਾਹ ਨੇ ਕਿਹਾ ਛੇਵੇਂ ਕਾਮ ਨਾ ਪੁੱਛੇ ਜਾਤ, ਪੰਜਵੇਂ ਖਾਣ ਪੀਣ ਕੀ ਧਾਤ। ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਘਰ ਵਾਸ। ਫਿਰ ਘਰਦਿਆਂ ਨੂੰ ਲੱਗਦਾ ਇਹ ਹੁਣ ਇਹ ਬਹੁਤ ਅਕਲਮੰਦ ਹੋ ਗਿਆ, ਹੁਣ ਇਹ ਸਾਡੀ ਸੁਣਦਾ ਨਹੀਂ, ਇਹਨੂੰ ਵਿਆਹ ਦੇਣਾ ਚਾਹੀਦਾ, ਇਹਦਾ ਘਰ ਵਸੇ ਦੀ ਜ਼ਿੰਮੇਵਾਰੀ ਬਣੇ, ਇਹ ਘਰ ਨਹੀਂ ਵੜਦਾ, ਫਿਰ ਵਿਆਹਿਆ ਜਾਏਗਾ, ਫਿਰ ਆਪੇ ਜ਼ਿੰਮੇਵਾਰੀ ਸਮਝੇਗਾ। ਤਦੋਂ ਤੋਂ ਪਾਤਸ਼ਾਹ ਨੇ ਕਿਹਾ ਫਿਰ ਮੋਹ ਦਾ ਜਾਲ ਹੋਰ ਵੱਧ ਗਿਆ। ਫਿਰ ਇਹ ਆਪਣੇ ਆਪ ਵਿੱਚ, ਪਰਿਵਾਰ ਵਿੱਚ, ਆਪਣੇ ਬੱਚਿਆਂ ਵਿੱਚ ਇਸ ਤਰ੍ਹਾਂ ਸਹਿਜੇ ਸਹਿਜੇ ਬੱਚਿਆਂ ਨੂੰ ਪਾਲਦਿਆਂ ਵੱਡਿਆਂ ਕਰਦਿਆਂ ਇਹ ਖੁਦ ਬੁਢੇਪੇ ਵਿੱਚ ਦੁੱਖਾਂ ਵਿੱਚ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਜੀਵਨ ਲੰਘ ਜਾਂਦਾ ਹੈ। ਸੱਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨੌਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੁਆ ਸਵਾਹ। ਪਰ ਸਾਧ ਸੰਗਤ ਉਹ ਜਦੋਂ ਰੱਬ ਤੋਂ ਵਿਛੜਿਆ ਸੀ, ਜਨਮ ਹੋਇਆ, ਮੁੜ ਕੇ ਕਦੇ ਉਸ ਰੱਬ ਨੂੰ ਯਾਦ ਨਹੀਂ ਕੀਤਾ। ਇਸੇ ਲਈ ਪਾਤਸ਼ਾਹ ਨੇ ਕਿਹਾ ਦੁੱਖ ਹਨ ਭਾਈ, ਜੇ ਤੂੰ ਚਾਹੁੰਦਾ ਤੈਨੂੰ ਜੀਵਨ ਵਿੱਚ ਸੁੱਖ ਮਿਲੇ, ਫਿਰ ਸਭ ਤੋਂ ਪਹਿਲਾਂ ਅਰਦਾਸ ਕਰ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਚਾਰ ਕੁੰਟ ਦੇ ਦਿਸ ਭ੍ਰਮੇ, ਚੌਹਾਂ ਦਿਸ਼ਾਵਾਂ 'ਚ ਭਟਕ ਕੇ ਵੇਖ ਲਿਆ,
ਥਕ ਆਏ ਪ੍ਰਭ ਕੀ ਸਾਮ। ਹੇ ਵਾਹਿਗੁਰੂ, ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ। ਹੇ ਅਕਾਲ ਪੁਰਖ ਰੱਬ ਜੀ, ਕਿਰਪਾ ਕਰੋ। ਕਿਉਂਕਿ ਜਿਵੇਂ ਦੁੱਧ ਤੋਂ ਬਗੈਰ ਗਾਂ ਕਿਸੇ ਕੰਮ ਦੀ ਨਹੀਂ, ਪਾਣੀ ਤੋਂ ਬਗੈਰ ਖੇਤੀ ਸੁੱਕ ਜਾਂਦੀ ਹੈ, ਇੱਦਾਂ ਨਾਮ ਤੋਂ ਬਗੈਰ, ਬਾਣੀ ਤੋਂ ਬਗੈਰ ਅਸੀਂ ਦੁਖੀ ਹੋ ਰਹੇ। ਤੇਨ ਦੁਧੈ ਤੇ ਵਾਹਰੀ, ਕਿਤੇ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਪਾਣੀ ਤੋਂ ਬਗੈਰ ਖੇਤੀ ਨਹੀਂ, ਫਸਲ ਤੋਂ ਬਗੈਰ ਧਾਮ ਨਹੀਂ, ਉਹਦੀ ਮਿਹਨਤ ਵਿਅਰਥ ਚਲੀ ਗਈ। ਇੱਦਾਂ ਹਰ ਨਾਹ ਨ ਮਿਲੀਐ ਸਾਜਨ, ਕਤ ਪਾਈਐ ਵਿਸਰਾਮ। ਰੱਬ ਨਾ ਮਿਲੇ, ਪਰਮਾਤਮਾ ਦੀ ਪ੍ਰਾਪਤੀ ਨਹੀਂ, ਉਹਦਾ ਨਾਮ ਨਹੀਂ ਜਪਿਆ, ਦੱਸੋ ਕਿਵੇਂ ਵਿਸ਼ਰਾਮ ਟਿਕਾਓ, ਜਨਮ ਮਰਨ ਤੋਂ ਮੁਕਤੀ ਮਿਲੇ। ਫਿਰ ਪਾਤਸ਼ਾਹ ਨੇ ਬਚਨ ਕਹੇ, ਜਿਤ ਘਰ ਹਰ ਕੰਤ ਨ ਪ੍ਰਗਟਈ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਨਹੀਂ ਆਈ, ਜਿਹਨੂੰ ਰੱਬ ਨਹੀਂ ਚੇਤੇ ਆਇਆ, ਜਿੱਥੇ ਪਰਮਾਤਮਾ ਕੰਤ ਪ੍ਰਗਟ ਨਹੀਂ ਹੋਇਆ। ਭੱਠ ਨਗਰ ਸੇ ਗਰਾਮ, ਉਹ ਸ਼ਹਿਰ ਪਿੰਡ ਭੱਠ ਦੇ ਬਰਾਬਰ ਹਨ, ਸੁਖਦਾਈ ਨਹੀਂ ਹਨ, ਜਿੱਥੇ ਮਰਜ਼ੀ ਕੋਈ ਜਾ ਕੇ ਵਸ ਲੈ। ਅੱਜ ਲੋਕਾਂ ਦੀ ਇਸ ਤਰ੍ਹਾਂ ਦੀ ਸੋਚ ਹੈ, ਆਹ ਪਿੰਡ ਛੱਡ ਕੇ ਦੂਜੇ ਸ਼ਹਿਰ ਚਲੇ ਜਾਈਏ, ਸ਼ਹਿਰ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਚਲੇ ਜਾਈਏ, ਸ਼ਾਇਦ ਉੱਥੇ ਸੁੱਖ ਹੈ। ਪਰ ਪਾਤਸ਼ਾਹ ਨੇ ਬਚਨ ਕਹੇ, ਭਾਈ ਉਹ ਤਾਂ ਭੱਠ ਦੇ ਬਰਾਬਰ ਹਨ। ਜੇ ਤੈਨੂੰ ਰੱਬ ਦੀ ਯਾਦ ਨਹੀਂ, ਜਿਸ ਮਰਜ਼ੀ ਧਰਤੀ ਤੇ ਚਲੇ ਜਾਓ, ਤੁਸੀਂ ਸੁਖੀ ਨਹੀਂ ਹੋ ਸਕਦੇ। ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸੁਖੀ ਕਦੋਂ ਹੋਣਾ? ਜਿੱਥੇ ਵੀ ਰਹੋ ਉੱਥੇ ਜ਼ਰੂਰ ਜਪੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਆਪਾਂ ਸੁਖੀ ਹੋ ਸਕਦੇ। ਅੱਗੇ ਮਹਾਰਾਜ ਨੇ ਫਿਰ ਬਚਨ ਕਹੇ ਉਦਾਹਰਨ ਦੇ ਕੇ, ਕਹਿੰਦੇ ਸਰਬ ਸ਼ਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਬਿਹੂਣੀਆ, ਮੀਤ ਸੱਜਣ ਸਭ ਜਾਮ। ਕਈ ਤਰ੍ਹਾਂ ਦੇ ਸ਼ਿੰਗਾਰ ਹੋਣ, ਕਈ ਤਰ੍ਹਾਂ ਦੇ ਸ਼ਿੰਗਾਰ ਕੀਤੇ ਹੋਣ, ਸੋਨਾ ਪਹਿਨਿਆ ਹੋਵੇ, ਹੋਰ ਸ਼ਿੰਗਾਰ ਹੋਵੇ, ਪਰ ਭਾਈ ਪਤੀ ਨਾਲ ਵਸੇਬਾ ਹੀ ਨਾ ਹੋਵੇ, ਪਤੀ ਦੇ ਘਰ ਵਿੱਚ ਨਾ ਵਸਦੀ ਹੋਵੇ, ਪਤੀ ਤੋਂ ਬਗੈਰ ਉਹ ਸ਼ਿੰਗਾਰ ਜਿਹੜਾ ਉਹ ਸੁਖਦਾਈ ਨਹੀਂ ਹੈ। ਪਤੀ ਤੋਂ ਬਗੈਰ ਸ਼ਿੰਗਾਰ ਜਿਹੜਾ ਉਹ ਤੁਹਮਤਾਂ ਬਣਦੀਆਂ ਹਨ। ਪਤੀ ਤੋਂ ਬਗੈਰ ਸ਼ਿੰਗਾਰ ਜਿਹੜਾ ਉਹ ਖਾਮਦਰਦ ਖਾਲੀ ਹੈ। ਤੇ ਅੱਗੇ ਮਹਾਰਾਜ ਨੇ ਬਚਨ ਕਹੇ, ਸਾਰੇ ਹੀ ਸੱਜਣ ਜੋ ਤੈਨੂੰ ਦੁਨਿਆਵੀ ਤੌਰ ਤੇ ਸੁੱਖ ਨਜ਼ਰ ਆਉਂਦੇ ਹਨ, ਇਹ ਜੰਮ ਬਣ ਜਾਂਦੇ ਹਨ। ਉਸ ਪਿਆਰੇ ਪਤੀ ਤੋਂ ਬਗੈਰ ਜਿੰਨੇ ਸੁੱਖ ਨਜ਼ਰ ਆ ਰਹੇ, ਸੁੱਖ ਨਹੀਂ ਹੁੰਦੇ, ਇਹ ਸਭ ਕੁਝ ਦੁੱਖਦਾਈ ਬਣ ਜਾਂਦੇ। ਉਹੀਓ ਪੁੱਤਰ ਧੀਆਂ, ਸੰਸਾਰ, ਪਦਾਰਥ, ਮਹਿਲ, ਇਹ ਸ਼ਿੰਗਾਰ ਦੁੱਖਦਾਈ ਹੋ ਜਾਂਦੇ। ਕਦੋਂ? ਜਦੋਂ ਰੱਬ ਦੀ ਯਾਦ ਭੁੱਲ ਗਈ। ਪ੍ਰਭ ਸੁਆਮੀ ਕੰਤ ਬਿਹੂਣੀਆ, ਮੀਤ ਸੱਜਣ ਸਭ ਜਾਮ। ਫਿਰ ਕੀ ਕਰੀਏ? ਕਹਿੰਦੇ ਬਸ ਅਰਦਾਸ ਬੇਨਤੀ ਕਰ, ਕਹਿ ਉਸ ਰੱਬ ਨੂੰ, ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹੇ ਅਕਾਲ ਪੁਰਖ ਵਾਹਿਗੁਰੂ, ਬੇਨਤੀ ਹੈ, ਆਪਣਾ ਨਾਮ ਦਿਓ, ਨਾਮ ਵਿੱਚੋਂ ਹੀ ਸੁੱਖ ਮਿਲਣਾ। ਇਹ ਕਿਰਪਾ ਬਖਸ਼ਿਸ਼ ਕਰੋ। ਹਰ ਮਿਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਵਾਹਿਗੁਰੂ ਆਪਣੇ ਨਾਲ ਮਿਲੋ ਤਾਂ ਜੋ ਨਿਸ਼ਚਲ ਧਾਮ ਟਿਕਾਓ, ਅੰਦਰ ਦਾ ਸਹਿਜ ਜਨਮ ਮਰਨ ਤੋਂ ਮੁਕਤੀ ਮਿਲ ਸਕੇ। ਇਸੇ ਲਈ ਮੰਗ ਕਰਨੀ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਮੰਗਣਾ ਹੈ ਗੁਰੂ ਦੇ ਕੋਲੋਂ, ਪਾਤਸ਼ਾਹ ਕਿਰਪਾ ਬਖਸ਼ਿਸ਼ ਕਰੋ, ਕਰ ਕਿਰਪਾ ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ। ਵਾਹਿਗੁਰੂ ਆਪਣਾ ਨਾਮ ਦਿਓ, ਉੱਠਦਿਆਂ ਬਹਿੰਦਿਆਂ ਸਾਨੂੰ ਯਾਦ ਆਵੇ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਕੁਛ ਭਾਗਾਂ 'ਚ ਲਿਖਿਆ ਹੋਇਆ ਉਹ ਮਿਲ ਜਾਂਦਾ। ਧਨ ਦੌਲਤ ਪਦਾਰਥ ਪੁੱਤਰ ਧੀਆਂ ਵਿਦੇਸ਼ ਯਾਤਰਾ, ਜੋ ਲਿਖਿਆ ਉਹ ਮਿਲਦਾ। ਪਰ ਸਾਧ ਸੰਗਤ ਨਾਮ ਲਿਖਿਆ ਨਹੀਂ ਹੈ, ਉਹ ਮੰਗਣਾ ਪੈਂਦਾ ਗੁਰੂ ਕੋਲੋਂ। ਮਹਾਰਾਜ ਮੈਨੂੰ ਨਾਮ ਬਖਸ਼ਿਸ਼ ਕਰੋ, ਉਹ ਮੰਗਣਾ ਪੈਂਦਾ ਕਿ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ,
ਨਾਮ ਬਿਨਾ ਤ੍ਰਿਗ ਤ੍ਰਿਗ ਸਨੇਹ। ਕਿਉਂਕਿ ਜੇ ਨਾਮ ਨਹੀਂ ਨਾ ਜਪਿਆ, ਫਿਰ ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੁਕਰ ਜੂਠਨ ਮੈਂ ਪਾਏ। ਜੇ ਨਾਮ ਨਹੀਂ ਜਪਿਆ, ਇਸ ਤਰ੍ਹਾਂ ਹੈ ਜਿਵੇਂ ਕੁੱਕਰ ਕੁੱਤਾ ਜਿਹੜਾ ਉਹ ਜੂਠੇ ਭਾਂਡੇ ਚੱਟ ਰਿਹਾ। ਇੱਦਾਂ ਭਾਈ ਸੰਸਾਰ ਤਾਂ ਝੂਠ ਹੈ, ਇਹਦੇ ਵਿੱਚੋਂ ਤੈਨੂੰ ਕੁਝ ਵੀ ਨਹੀਂ ਮਿਲੇਗਾ। ਨਾਮ ਜਪ, ਫਿਰ ਤੇਰਾ ਹੋਣਾ ਸਫਲ। ਹੁਣ ਅੱਗੇ ਪਾਤਸ਼ਾਹ ਨੇ ਸ਼ਬਦ ਆਰੰਭ ਕੀਤਾ, ਕਹਿੰਦੇ ਰੱਬ ਨੂੰ ਚੇਤੇ ਕਰ। ਇਹ ਚੇਤ ਦਾ ਮਹੀਨਾ ਹੈ। ਕੱਕਰ ਦੀ ਠੰਡ ਤੋਂ ਬਾਅਦ ਮਿੱਠੀ ਰੁੱਤ ਆਈ ਹੈ, ਫੁੱਲ ਖਿੜ ਰਹੇ ਹਨ, ਬਨਸਪਤੀ ਖਿੜ ਰਹੀ ਹੈ, ਮੌਸਮ ਖੁੱਲ੍ਹ ਗਿਆ ਹੈ। ਇੱਥੇ ਫੁੱਲਾਂ ਵਿੱਚ ਹੁਣ ਰਸ ਭਰਨਾ ਹੈ, ਫੁੱਲਾਂ ਵਿੱਚ ਖੜਾਓ ਪੈਦਾ ਹੋਣਾ ਹੈ, ਬਨਸਪਤੀ ਤੇ ਹਰਿਆਵਲ ਪੈਦਾ ਹੋਣੀ ਹੈ, ਬਸੰਤ ਆਉਣੀ ਹੈ। ਇੱਦਾਂ ਤੂੰ ਵੀ ਰੱਬ ਨੂੰ ਚੇਤੇ ਕਰ, ਤੇਰੇ ਜੀਵਨ ਵਿੱਚ ਵੀ ਬਸੰਤ ਆ ਜਾਏਗੀ, ਤੇਰੇ ਜੀਵਨ ਵਿੱਚ ਵੀ ਮੁਰਝਾਏ ਹੋਏ ਫੁੱਲ ਖਿੜ ਜਾਣਗੇ, ਤੇਰਾ ਜੀਵਨ ਵੀ ਆਨੰਦਿਤ ਹੋ ਜਾਏਗਾ ਜੇ ਤੂੰ ਆਨੰਦ ਚਾਹੁੰਦਾ ਹੈ। ਕਿਉਂਕਿ ਸੁੱਖ ਤੋਂ ਬਾਅਦ ਦੁੱਖ, ਦੁੱਖ ਤੋਂ ਬਾਅਦ ਹਰਖ ਸੋਗ, ਖੁਸ਼ੀ ਗਮ ਬਦਲਦੇ ਰਹਿੰਦੇ ਨੇ। ਇੱਕ ਚੀਜ਼ ਪਾਤਸ਼ਾਹ ਨੇ ਕਿਹਾ, ਆਨੰਦ। ਆਨੰਦ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ, ਤੁਸੀਂ ਆਨੰਦਿਤ ਹੋ ਜਾਓਗੇ। ਉਹ ਵੀ ਪਾਤਸ਼ਾਹ ਨੇ ਕਿਹਾ ਘਣਾ, ਬਹੁਤ ਸੰਘਣਾ ਆਨੰਦ ਤੈਨੂੰ ਮਿਲ ਸਕਦਾ ਹੈ। ਕੀ ਕਰ? ਚੇਤੇ ਕਰ। ਚੇਤ ਗੋਬਿੰਦ ਰਾਧੀਐ, ਚਿੱਤ ਵਿੱਚ ਪਰਮਾਤਮਾ ਨੂੰ ਆਰਾਧ। ਚੇਤ ਦੇ ਮਹੀਨੇ ਵਿੱਚ ਉਹਨੂੰ ਚੇਤੇ ਕਰ। ਦੇਖ ਫੁੱਲਾਂ ਉੱਤੇ ਖੜਾਓ ਪਤਾ ਕਿਵੇਂ ਆ ਰਿਹਾ ਹੈ, ਬਨਸਪਤੀ ਕਿਵੇਂ ਹਰੀ ਹੋ ਰਹੀ ਹੈ, ਕਿਉਂਕਿ ਉਹ ਤਣੇ ਨਾਲ ਔਰ ਤਣਾ ਜੜ ਨਾਲ ਜੁੜਿਆ ਹੋਇਆ ਹੈ, ਜੜ ਧਰਤੀ ਨਾਲ ਜੁੜੀ ਹੋਈ ਹੈ। ਇੱਦਾਂ ਭਾਈ ਤੂੰ ਸੰਸਾਰ ਪਦਾਰਥਾਂ ਵਿੱਚ ਰਹਿੰਦਿਆਂ ਆਨੰਦਿਤ ਹੋ ਸਕਦਾ ਹੈ। ਪਦਾਰਥ ਦੇਣ ਵਾਲੇ ਪਰਮਾਤਮਾ ਨਾਲ ਜੁੜ ਜਾ। ਉਸ ਪਰਮਾਤਮਾ ਨੂੰ ਸਿਮਰ ਜਿਹਨੇ ਪਦਾਰਥ ਪੈਦਾ ਕੀਤੇ। ਸਤਨਾਮ ਸ੍ਰੀ ਵਾਹਿਗੁਰੂ ਕਹਿ। ਚੇਤ ਗੋਬਿੰਦ ਰਾਧੀਐ, ਹੋਵੇ ਆਨੰਦ ਕਣਾ। ਮਹਾਰਾਜ ਕਿਵੇਂ ਆਰਾਧੀਏ? ਕਹਿੰਦੇ ਜੀਭਾਂ ਨਾਲ ਪਹਿਲਾਂ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਆਰਾਧਨ ਸ਼ੁਰੂ ਹੋਏਗਾ। ਇੱਕ ਸ਼ਬਦ ਤੁਸੀਂ ਰੋਜ਼ ਸੁਣਦੇ ਹੋ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਚੇਤ ਗੋਬਿੰਦ ਆਰਾਧੀਐ। ਆਰਾਧਨ ਸਿੱਧਾ ਨਹੀਂ ਸ਼ੁਰੂ ਹੋਏਗਾ, ਉਹ ਤੋਂ ਪਹਿਲਾਂ ਜੀਭ ਨਾਲ ਜਪਣਾ ਪੈਂਦਾ। ਜਿਵੇਂ ਕੋਈ ਸਟੂਡੈਂਟ ਪਹਿਲਾਂ ਵਾਰ-ਵਾਰ ਜੀਭ ਨਾਲ ਬੋਲ ਕੇ ਦੁਹਰਾਉਂਦਾ, ਟੀਚਰ ਵੀ ਉਹਨੂੰ ਪੜ੍ਹਾਉਂਦਾ ਵੀ ਪੜ੍ਹੋ A ਫਾਰ ਐਪਲ, B ਫਾਰ ਬੈਟ, C ਫਾਰ ਕੈਟ। ਫਿਰ ਜਦੋਂ ਉਹ ਸ਼ਬਦ ਵਸ ਜਾਂਦੇ ਨੇ, ਅੱਖਰ ਵਸ ਜਾਂਦੇ ਨੇ, ਪਹਿਚਾਣ ਹੋ ਜਾਂਦੀ ਹੈ, ਫਿਰ ਕਿਸੇ ਸਟੂਡੈਂਟ ਨੂੰ ਪੜ੍ਹਨਾ ਨਹੀਂ ਪੈਂਦਾ A ਫਾਰ ਐਪਲ। ਵੱਡੇ ਵੱਡੇ ਪੈਰਾਗ੍ਰਾਫ ਟੀਚਰ ਬੋਲਦਾ, ਸਟੂਡੈਂਟ ਲਿਖੀ ਜਾਂਦਾ। ਇੱਦਾਂ ਪਾਤਸ਼ਾਹ ਨੇ ਕਿਹਾ ਆਰਾਧਨ ਸ਼ੁਰੂ ਹੋ ਜਾਣਾ ਅੰਦਰ, ਪਰ ਉਹ ਤੋਂ ਪਹਿਲਾਂ ਜੇਬਾਂ ਨਾਲ ਸੰਗਤ ਵਿੱਚ ਬਹਿ ਕੇ ਜਪਣ ਵਾਲਿਆਂ ਦੀ ਸੰਗਤ ਕਰ। ਤੇਰੀ ਜੀਭ ਜਪਣ ਲੱਗ ਜਾਏ ਵਾਹਿਗੁਰੂ ਵਾਹਿਗੁਰੂ। ਸੰਤ ਜਨ ਮਿਲ ਪਾਈਐ, ਰਸਨਾ ਨਾ ਭਣਾ। ਸਾਧੂ ਸੰਤ ਜਨਾਂ ਦੀ ਸੰਗਤ ਵਿੱਚ ਬੈਠ, ਤੇਰੀ ਰਸਨਾ ਜਪੇ ਵਾਹਿਗੁਰੂ ਵਾਹਿਗੁਰੂ। ਫਿਰ ਆਰਾਧਨ ਸ਼ੁਰੂ ਹੋਏਗਾ, ਫਿਰ ਤੂੰ ਆਨੰਦ ਵਿੱਚ ਆ ਜਾ। ਇੱਕ ਵਾਰ ਸਾਰੇ ਜਪੋ ਪਿਆਰ ਨਾਲ, ਮਨ ਟਿਕਾ ਕੇ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਪਣ ਨਾਲ ਕੀ ਹੋਏਗਾ? ਜਿਵੇਂ ਉਹ ਸਟੂਡੈਂਟ ਜਦੋਂ ਚੰਗੀ ਤਰ੍ਹਾਂ ਅੱਖਰ ਪੜ੍ਹ ਲੈਂਦਾ, ਉਹਦੇ ਬੋਲਣ ਤੋਂ ਬਾਅਦ ਆਰਾਧਨ ਵਿੱਚ ਚਲੇ ਜਾਂਦੇ, ਫਿਰ ਟੀਚਰ ਨੂੰ ਦੁਬਾਰਾ ਨਹੀਂ ਉਹ ਪੜ੍ਹਾਉਣਾ ਪੈਂਦਾ, ਉਹ ਅੱਖਰ ਉਹਨੂੰ ਯਾਦ ਹੋ ਜਾਂਦੇ। ਇੱਦਾਂ ਪਾਤਸ਼ਾਹ ਕਹਿੰਦੇ ਆਰਾਧਨ ਤੋਂ ਬਾਅਦ ਕੀ ਹੁੰਦਾ? ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣ। ਉਹ ਫਿਰ ਗਿਣਤੀ ਵਿੱਚ ਆ ਗਏ, ਰੱਬ ਦੀ ਨਜ਼ਰ 'ਚ ਆ ਗਏ, ਰੱਬ ਦੀ ਦ੍ਰਿਸ਼ਟੀ ਉਹਨਾਂ 'ਤੇ ਪੈ ਗਈ। ਫਿਰ ਰੱਬ ਉਹਨਾਂ ਦੀ ਸੰਭਾਲ ਕਰਨ ਲੱਗ ਪੈਂਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਸਿੱਖ ਆਉਂਦੇ ਨੇ। ਇੱਕ 12-14 ਸਾਲ ਦਾ ਬੱਚਾ ਆਇਆ ਨਾਲ ਪਰਿਵਾਰ ਦੇ,
ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ। ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪਈ। ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ, ਬੇਟਾ ਤੁਹਾਡਾ ਨਾਮ ਕੀ ਹੈ? ਉਹਨੇ ਕਿਹਾ, ਜੀ ਮੇਰਾ ਨਾਮ ਜੋਗਾ। ਤਾਂ ਇਤਿਹਾਸ ਕਹਿੰਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਾਂਹ ਪਕੜ ਕੇ ਪਿਆਰ ਨਾਲ ਪਿਆਰ ਕਰਕੇ ਕਿਹਾ, ਕਹਿੰਦੇ ਵੀ ਕਿਹਦਾ ਜੋਗਾ ਆ? ਪੁੱਛਿਆ, ਤੇਰੇ ਮਾਂ ਪਿਓ ਦਾ ਨਾਮ? ਉਹ ਬਹੁਤ ਭਾਗਾਂ ਵਾਲਾ ਹੋਏਗਾ, ਬਹੁਤ ਬਖਸ਼ਿਸ਼ਾਂ ਹੋਣਗੀਆਂ, ਤਾਈਓ ਇਸ ਤਰ੍ਹਾਂ ਗੁਰੂ ਦੇ ਜਵਾਬ ਉੱਤੇ ਸਹੀ ਜਵਾਬ ਉਹਨੇ ਦਿੱਤਾ ਹੈ। ਨਹੀਂ ਤਾਂ ਕਿਸੇ ਨੂੰ ਇੱਕ ਦੋ ਸਵਾਲ ਪੁੱਛੋ ਹੋਰ ਪਾਸੇ ਹੋ ਜਾ ਸਕਦਾ ਹੈ। ਪਾਤਸ਼ਾਹ ਦੀ ਨਦਰ ਬਖਸ਼ਿਸ਼ ਹੈ, ਅਕਾਲ ਪੁਰਖ ਦੀ ਨਦਰ ਸੀ, ਉਹਦੇ ਭਾਗ ਵੱਡੇ। ਜਦੋਂ ਮਹਾਰਾਜ ਨੇ ਦੂਜੀ ਵਾਰ ਪੁੱਛਿਆ, ਤੇਰਾ ਨਾਮ ਕੀ ਹੈ? ਜੀ ਜੋਗਾ। ਕਿਹਦਾ ਜੋਗਾ ਬਈ? ਤੱਗੋਂ ਬਹੁਤ ਪਿਆਰ ਨਾਲ ਔਰ ਬੜੀ ਸਮਝਦਾਰੀ ਨਾਲ ਇਹ ਬਚਨ ਉਹਦੀ ਰਸਨਾ ਤੋਂ ਨਿਕਲਿਆ। ਹੱਥ ਜੋੜ ਕੇ, ਜੀ ਤੁਹਾਡਾ ਜੋਗਾ। ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਹਜ਼ੂਰ ਨੇ ਉਹਦੀ ਬਾਂਹ ਪਕੜ ਲਈ। ਪਾਤਸ਼ਾਹ ਨੇ ਬੜੀ ਗੌਰ ਨਾਲ ਉਹਦੇ ਮੱਥੇ ਵੱਲ ਵੇਖਿਆ ਤੇ ਵੇਖਣ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜੋਗਿਆ ਤੂੰ ਬਹੁਤ ਵੱਡੀ ਗੱਲ ਕਹਿ ਦਿੱਤੀ ਕਿ ਮਹਾਰਾਜ ਤੁਹਾਡਾ ਜੋਗਾ। ਜੋਗਿਆ ਹੁਣ ਖਿਆਲ ਰੱਖੀ, ਜੇ ਤੂੰ ਸਾਡੇ ਜੋਗਾ ਹੈ ਜਾਂ ਗੁਰੂ ਗੋਬਿੰਦ ਸਿੰਘ ਤੇਰੇ ਜੋਗਾ। ਇਸ ਰਸਤੇ ਉੱਤਰ ਪੁੱਤਰ ਬਹੁਤ ਤਿਲਕਣ ਹੈ, ਬੜਾ ਚਿੱਕੜ ਹੈ। ਹਉਮੈ ਹੰਕਾਰ, ਈਰਖਾ, ਦਵੈਸ਼, ਕਾਮ, ਕ੍ਰੋਧ, ਲੋਮੋ, ਹੰਕਾਰ, ਬਹੁਤ ਵੱਡੇ ਵੱਡੇ ਤਿਲਕ ਜਾਂਦੇ ਹਨ। ਬੇਟਾ ਸੰਜੀਦਗੀ ਨਾਲ ਚੱਲੀ। ਜੇ ਤੂੰ ਕਹੇ ਸਾਡੇ ਜੋਗਾ, ਫਿਰ ਸਾਨੂੰ ਯਾਦ ਵੀ ਰੱਖੀ, ਜਾਂ ਤੂੰ ਚਿੱਤ ਵਿੱਚ ਸਾਨੂੰ ਯਾਦ ਰੱਖੀ, ਅਸੀਂ ਤੇਰੇ ਜੋਗੇ ਰਵਾਂਗੇ, ਤੈਨੂੰ ਕਦੇ ਡੋਲਣ ਨਹੀਂ ਦੇਵਾਂਗੇ। ਇਸ ਲਈ ਸਾਧ ਸੰਗਤ ਚਿੱਤ ਵਿੱਚ ਉਹਨੂੰ ਯਾਦ ਕਰਨਾ, ਮਨ ਹਿਰਦੇ ਵਿੱਚ ਆਰਾਧਨਾ, ਫਿਰ ਉਹ ਗਿਣਤੀ ਵਿੱਚ ਆ ਜਾਂਦਾ ਹੈ। ਸੈਂਕੜੇ ਸਿੱਖ ਹੋਣਗੇ ਪਰ ਭਾਈ ਜੋਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗਿਣਤੀ ਵਿੱਚ ਆ ਗਿਆ। ਔਰ ਜੋ ਗੁਰੂ ਦੀ ਨਜ਼ਰ ਵਿੱਚ ਆ ਗਿਆ, ਆਏ ਤਿਸੈ ਗਣਾ, ਉਹ ਗਿਣਤੀ ਵਿੱਚ ਹੈ, ਫਿਰ ਗੁਰੂ ਇੱਕ ਖਿੰਨ ਵੀ ਉਸ ਤੋਂ ਦੂਰ ਨਹੀਂ ਜਾਂਦਾ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਭਾਈ ਤੂੰ ਉਹਨੂੰ ਚਿੱਤ ਵਿੱਚ ਚੇਤੇ ਕਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਵਿਹਾਤ ਹੈ, ਫੁੱਟੇ ਘਟ ਜਿਉ ਪਾਨੀ। ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੋ ਧਣੀ। ਦੁਨੀਆ ਦੀਆਂ ਇੰਨੀਆਂ ਗੱਲਾਂ ਚੇਤੇ ਪਈਆਂ ਨੇ, 20-20 ਸਾਲ ਦੀਆਂ ਗੱਲਾਂ ਚੇਤੇ ਨੇ। ਇੱਕ ਭੁੱਲ ਗਿਆ ਤਾਂ ਵਾਹਿਗੁਰੂ ਜੀ ਦਾ ਨਾਮ ਭੁੱਲ ਗਿਆ। ਤਾਂ ਪਾਤਸ਼ਾਹ ਨੇ ਬਚਨ ਕਹੇ, ਕੁਛ ਵੀ ਨਹੀਂ ਬੰਦੇ ਨੂੰ ਭੁੱਲਦਾ, ਨਾ ਖਾਣਾ ਪੀਣਾ ਭੁੱਲਦਾ ਔਰ ਯਾਦ ਰਹਿੰਦਾ। ਸ਼ਾਮ ਨੂੰ ਆ ਕੇ ਕਹੇਗਾ ਅੱਜ ਮੈਂ ਦੁਪਹਿਰ ਰੋਟੀ ਨਹੀਂ ਖਾਧੀ, ਉਹਨੂੰ ਭੁੱਲਿਆ ਥੋੜ੍ਹੀ ਖਾਣਾ। ਨਾ ਖਾਣਾ ਪੀਣਾ ਭੁੱਲਦਾ ਹੈ, ਨਾ ਘਰ ਭੁੱਲਦਾ ਹੈ, ਨਾ ਸੱਜਣ ਮਿੱਤਰ ਰਿਸ਼ਤੇਦਾਰ ਦੁਸ਼ਮਣ ਭੁੱਲਦੇ ਹਨ। ਭੁੱਲ ਕੀ ਜਾਂਦਾ ਹੈ? ਵਾਹਿਗੁਰੂ ਦਾ ਨਾਮ। ਇਸੇ ਲਈ ਬੰਦਾ ਦੁਖੀ ਹੋ ਰਿਹਾ। ਤਾਈਓ ਮਹਾਰਾਜ ਨੇ ਬਚਨ ਕਹੇ, ਖਾਣਾ ਪੀਣਾ ਹੱਸਣਾ ਸੌਣਾ ਤੈਨੂੰ ਸਭ ਕੁਝ ਯਾਦ ਹੈ, ਪਰ ਵਿਸਰ ਗਿਆ ਹੈ ਮਰਨਾ। ਰੱਬ ਦਾ ਨਾਮ ਭੁੱਲਿਆ, ਮਰਨਾ ਵੀ ਭੁੱਲ ਗਿਆ। ਖਸਮ ਵਿਸਾਰ ਖੁਆਰੀ ਕਿੰਨੀ, ਰੱਬ ਭੁੱਲ ਗਿਆ ਤੂੰ ਖੁਆਰ ਹੋ ਰਿਹਾ, ਤ੍ਰਿਗ ਜੀਵਨ ਨਹੀਂ ਰਹਿਣਾ। ਇਸ ਲਈ ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੋ ਧਣੀ। ਰੱਬ ਨੂੰ ਚੇਤੇ ਕਰਨ ਨਾਲ ਕੀ ਹੋਣਾ? ਇੱਕ ਖਿਨ ਤਿਸ ਬਿਨ ਜੀਵਣਾ, ਵਿਰਥਾ ਜਨਮ ਜਣਾ। ਜੇ ਤੂੰ ਚੇਤੇ ਨਾ ਕੀਤਾ ਤਾਂ ਇਹ ਜੀਵਨ ਵਿਅਰਥ ਹੈ, ਪਰ ਭਾਈ ਜਿਨ੍ਹਾਂ ਨੇ ਚੇਤੇ ਕੀਤਾ ਉਹਨਾਂ ਦਾ ਜੀਵਨ ਸਫਲ। ਫਿਰ ਰੱਬ ਨੂੰ ਚੇਤੇ ਕਰਨ ਲਈ ਉਹ ਚੇਚਾ ਕਿਤੇ ਜਾਣ ਦੀ ਲੋੜ ਨਹੀਂ ਹੈ। ਜੀ ਰੱਬ ਨੂੰ ਪਾਉਣੇ ਬਹੁਤ ਦੂਰ ਜਾਣਾ ਪੈਣਾ, ਬਹੁਤ ਦੂਰ ਜਾਣਾ ਪੈਣਾ, ਕੰਮ ਛੱਡਣੇ ਪੈਣਗੇ, ਨਹੀਂ। ਪਾਤਸ਼ਾਹ ਨੇ ਕਿਉਂ ਤਾਂ ਰਮਿਆ ਹੋਇਆ ਜਲ ਵਿੱਚ ਵੀ, ਥਲ ਵਿੱਚ ਵੀ, ਮਹੀਲ ਆਕਾਸ਼ ਵਿੱਚ ਵੀ। ਤੂੰ ਉਹਨੂੰ ਯਾਦ ਤਾਂ ਕਰ। ਦੂਰ ਕੀ ਜਾਣਾ, ਉਹ ਤਾਂ ਤੇਰੇ ਮਨ ਹਿਰਦੇ ਵਿੱਚ ਹੈ। ਤੂੰ ਅੰਤਰ ਧਿਆਨ ਹੋ ਕੇ ਕਹਿ ਵਾਹਿਗੁਰੂ, ਉਹ ਤਾਂ ਹਾਜ਼ਰ ਹੈ। ਇੱਥੋਂ ਤੱਕ ਕਿਹਾ ਰੱਬ ਨੂੰ ਮਿਲਣੇ ਕਿਤੇ ਬਾਹਰ ਜਾਣਾ ਹੀ ਨਹੀਂ ਪੈਂਦਾ, ਨਾ ਤੁਹਾਨੂੰ ਪੈਂਡਾ ਤੈਅ ਕਰਨਾ ਪੈਂਦਾ, ਨਾ ਕੋਈ ਪੈਸਾ ਖਰਚਣਾ ਪੈਂਦਾ। ਉਹ ਤਾਂ ਤੁਹਾਡੇ ਹੱਥ ਨਾਲੋਂ ਵੀ ਨੇੜੇ ਹੈ। ਸਰੀਰ ਉੱਤੇ ਕਿਤੇ ਕੋਈ ਦਰਦ ਪੇਨ ਖਾਰਸ਼ ਹੋਵੇ, ਸਭ ਤੋਂ ਪਹਿਲਾਂ ਹੱਥ ਉੱਥੇ ਪਹੁੰਚਦਾ ਹੈ। ਰੱਬ ਉਤੋਂ ਵੀ ਪਹਿਲਾਂ ਪਹੁੰਚ ਸਕਦਾ। ਕਹੋ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਰੱਬ ਹੱਥ ਨਾਲੋਂ ਵੀ ਨੇੜੇ ਹੈ। ਉਹਨੂੰ ਚੇਤੇ ਕਰ, ਉਹ ਬਾਹਰ ਨਹੀਂ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਤਾਈਓ
ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕਹੇ, ਕਹਿੰਦੇ ਬਹੁਤ ਉੱਚੀ, ਉਹਨੂੰ ਪੁਕਾਰਨ ਦੀ ਲੋੜ ਹੀ ਨਹੀਂ ਹੈ। ਕਾਜੀ ਸਾਹਿਬ ਤੁਸੀਂ ਨਮਾਜ਼ ਪੜ੍ਹਦੇ ਹੋ, ਬਾਂਗ ਦਿੰਦੇ ਹੋ, ਚੰਗੀ ਗੱਲ ਹੈ, ਪਰ ਅੱਲਾਹ ਤਾਲਾ ਖੁਦਾ ਜਿਹੜਾ, ਰੱਬ ਜਿਹੜਾ, ਉਹ ਬਹਿਰਾ ਨਹੀਂ ਹੈ। ਉਹਨੂੰ ਤਾਂ ਅੰਤਰ ਧਿਆਨ ਹੋ ਕੇ ਕਹਿਣ ਦੀ ਲੋੜ ਹੈ, ਸਤਨਾਮ ਸ੍ਰੀ ਵਾਹਿਗੁਰੂ। ਉਹ ਅੰਦਰ ਹੀ ਸੁਣਦਾ। ਕਬੀਰ ਮੁਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਉਹ ਕੋਈ ਬੋਲਾ ਥੋੜੀ ਹੈ, ਉਹ ਤਾਂ ਬਹੁਤ ਨੇੜੇ ਹੈ। ਜਿਹੜਾ ਬਹੁਤ ਨੇੜੇ ਹੋਵੇ ਉਹਨੂੰ ਤਾਂ ਹੌਲੀ ਚਾਰੀ ਬੁਲਾਈਏ ਤਾਂ ਵੀ ਉਹ ਸੁਣ ਲੈਂਦਾ। ਉਹ ਤਾਂ ਗੁਫ਼ਤਗੂ ਹੋ ਸਕਦੀ ਹੈ, ਬਹੁਤ ਨੇੜੇ ਹੈ। ਕਬੀਰ ਮੁਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਜਲ ਥਲ ਮਈਲ ਪੂਰਿਆ। ਉਹ ਤਾਂ ਦਿਲ ਭੀਤਰ ਹੈ, ਅੰਦਰ ਹੈ, ਬਿਲਕੁਲ ਨੇੜੇ। ਸਭ ਤੋਂ ਨੇੜੇ ਤਾਂ ਰੱਬ ਹੈ। ਇੱਕ ਪੂਰਾ ਸਾਹ ਵੀ ਲੈਣਾ ਨਹੀਂ ਪੈਂਦਾ ਉਹਨੂੰ ਚੇਤੇ ਕਰਨ ਲਈ, ਅੱਧੇ ਸਾਹ ਨਾਲ ਮਿਲ ਜਾਂਦਾ। ਟੁੱਕ ਦਮ, ਵਾਹਿਗੁਰੂ, ਟੁੱਕ ਦਮ, ਅੱਧੇ ਸਾਹ ਨਾਲ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਤਾਂ ਪਾਤਸ਼ਾਹ ਨੇ ਕਿਹਾ, ਜਲ ਥਲ ਮਈਲ ਪੂਰਿਆ, ਰਵਿਆ ਵਿੱਚ ਬਣਾ। ਤੁਸੀਂ ਸੁਖਮਨੀ ਸਾਹਿਬ ਵਿੱਚ ਵੀ ਪੜ੍ਹਦੇ ਹੋ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਈਲ ਸੋਏ। ਜਲ ਥਲ ਮਈਲ ਪੂਰਿਆ, ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨਾ ਆਵਈ। ਇੰਨਾ ਰੱਬ ਨੇੜੇ ਹੋਵੇ ਫਿਰ ਵੀ ਚੇਤੇ ਨਾ ਆਵੇ ਤਾਂ ਭਾਈ ਫਿਰ ਤੇਰੇ ਦੁੱਖਾਂ ਨੂੰ ਕੋਈ ਗਿਣਤੀ ਨਹੀਂ ਕਰ ਸਕਦਾ। ਦੂਰ ਹੋਵੇ ਤਾਂ ਵੱਖਰੀ ਗੱਲ ਹੈ, ਰੱਬ ਇੰਨਾ ਨੇੜੇ ਹੋਵੇ ਤੂੰ ਫਿਰ ਵੀ ਚੇਤੇ ਨਾ ਕਰੇ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਫਿਰ ਕੀ ਤੇਰੇ ਦੁੱਖ ਗਿਣੀਏ, ਤੂੰ ਕਿੰਨਾ ਦੁਖੀ ਹੋ ਸਕਦਾ। ਇੰਨਾ ਰੱਬ ਨੇੜੇ ਹੋ ਕੇ ਵੀ ਤੈਨੂੰ ਯਾਦ ਨਹੀਂ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣ। ਕਹਿੰਦੇ ਭਾਈ ਉਹਨਾਂ ਦੇ ਭਾਗ ਤਾਂ ਬਹੁਤ ਵੱਡੇ, ਜਿਨ੍ਹਾਂ ਨੂੰ ਰੱਬ ਨੇ ਆਪਣਾ ਨਾਮ ਜਪਾ ਲਿਆ, ਜਿਨ੍ਹਾਂ ਨੂੰ ਰੱਬ ਨੇ ਜਗਾ ਲਿਆ, ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਜੋੜ ਲਿਆ, ਜਿਨੀ ਪਰਮਾਤਮਾ ਨੂੰ ਰਾਵਿਆ, ਜਪਿਆ, ਮਾਣਿਆ ਹੈ। ਫਿਰ ਉਸ ਤੋਂ ਬਾਅਦ ਜੇ ਕੋਈ ਵਾਹਿਗੁਰੂ ਨੂੰ ਯਾਦ ਕਰੇ ਤਾਂ ਅਗਲੀ ਅਵਸਥਾ ਬਹੁਤ ਵੱਡੀ। ਉਹ ਅਵਸਥਾ ਇਹ ਹੈ, ਉਹਦਾ ਚਿੱਤ, ਉਹਦਾ ਮਨ ਲੋਚਣ ਲੱਗ ਪੈਂਦਾ ਵੀ ਉਹਦੇ ਦਰਸ਼ਨ ਵੀ ਹੋਣ। ਵੇਖੀਏ ਤਾਂ ਸਹੀ ਰੱਬ ਕਿਹੋ ਜਿਹਾ, ਵੇਖੀਏ ਤਾਂ ਸਹੀ, ਫਿਰ ਉਹ ਰੱਬ ਮਿਲੇ ਵੀ, ਉਹਦੇ ਦਰਸ਼ਨ ਹੋਣ। ਫਿਰ ਦਰਸ਼ਨਾਂ ਦੀ ਤਾਂਘ ਅੰਦਰ ਵੱਧ ਜਾਂਦੀ। ਉਹ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਜਿਹਦੇ ਬਾਰੇ ਬਹੁਤ ਕੁਝ ਸੁਣਿਆ ਹੋਵੇ। ਤੁਹਾਡੀ ਇੱਛਾ ਹੁੰਦੀ ਉਹ ਜਗ੍ਹਾ 'ਤੇ ਜਾਈਏ। ਜਿਹਦੇ ਬਹੁਤ ਗੁਣ ਸੁਣੇ ਹੋਣ, ਤੁਹਾਡੀ ਇੱਛਾ ਹੁੰਦੀ ਉਹਨੂੰ ਵੇਖੀਏ, ਉਹ ਜਗ੍ਹਾ 'ਤੇ ਦਰਸ਼ਨ ਕਰੀਏ। ਇੱਦਾਂ ਪਾਤਸ਼ਾਹ ਕਹਿੰਦੇ ਰੱਬ ਦੇ ਗੁਣ ਸੁਣਿਆ ਕਰ, ਰੱਬ ਦੇ ਗੁਣ ਗਾਇਆ ਕਰ। ਤੇਰੇ ਅੰਦਰ ਫਿਰ ਜਪਦਿਆਂ ਜਪਦਿਆਂ ਤਾਂਘ ਪੈਦਾ ਹੋਏਗੀ। ਤੂੰ ਚਾਹਵੇਂਗਾ ਦਰਸ਼ਨ ਹੋਣ ਰੱਬ ਦੇ, ਤੇਰਾ ਮਨ ਲੋਚਣ ਲੱਗ ਜਾਏਗਾ। ਉਹ ਮਨ ਜਿਹੜਾ ਮਨ ਲੋਚੇ ਬੁਰਾਈਆਂ ਵਾਲਾ ਹੈ, ਉਹ ਮਨ ਦਰਸ਼ਨ ਲੋਚਣ ਲੱਗ ਪੈਂਦਾ। ਮਨ ਫਿਰ ਦਰਸ਼ਨਾਂ ਦੀ ਤਾਂ ਹੀ ਲੋਚਦਾ। ਤਾਂ ਮਹਾਰਾਜ ਨੇ ਬਚਨ ਕਹੇ, ਸੋ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਤੂੰ ਸਿਮਰੇਂਗਾ ਫਿਰ ਇਹ ਅਵਸਥਾ ਹੋਣੀ। ਹਰ ਦਰਸ਼ਨ ਕੋ ਮਨ ਲੋਚਦਾ। ਅਰਦਾਸ ਕਰੇਗਾ, ਹੇ ਵਾਹਿਗੁਰੂ ਹੁਣ ਮਨ ਲੋਚਦਾ ਤੁਹਾਡੇ ਦਰਸ਼ਨਾਂ ਨੂੰ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਬਹੁਤ ਗੁਣ ਸੁਣੇ ਤਾਂ ਇੱਕ ਸਿੱਖ ਦੇ ਅੰਦਰ ਕਹਿੰਦੇ ਨੇ ਬਹੁਤ ਤਾਂਘ ਪੈਦਾ ਹੋ ਗਈ ਦਰਸ਼ਨਾਂ ਦੀ। ਮਹਾਰਾਜ ਦਰਸ਼ਨ ਦਿਓ ਤਾਂ ਉਹਨੇ ਮਨ ਦੇ ਅੰਦਰ ਧਾਰ ਲਿਆ ਵੀ ਜਦੋਂ ਮੈਂ ਆਪਣਾ ਘਰ ਨਵਾਂ ਬਣਾਉਣਾ ਨਾ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਪਾਉਣੇ। ਉਦੋਂ ਕੱਚੇ ਘਰ ਛੰਨਾਂ ਤੋਂ ਬਾਅਦ ਮਿੱਟੀ ਦੇ ਬਣਨੇ ਸ਼ੁਰੂ ਹੋਏ ਸੀ। ਬਾਲੇ ਪਾ ਕੇ, ਸਰਵਾੜ ਪਾ ਕੇ ਘਰ ਬਣਨਾ। ਤਾਂ ਉਹਨੇ ਉਹ ਘਰ ਬਣਾਇਆ ਬਹੁਤ ਸੋਹਣਾ। ਕਈ ਮਹੀਨਿਆਂ ਤੋਂ ਉਹਨੇ ਮਿੱਟੀ ਦੇ ਭਿੱਤ ਕੁੱਟ-ਕੁੱਟ ਕੇ, ਮਿੱਟੀ ਨਾਲ ਉਹਨੇ, ਉਹਦੇ ਘਰ ਵਾਲੀ ਨੇ ਨਾਲ ਲੱਗ ਕੇ ਘਰ ਤਿਆਰ ਕਰਦੇ ਰਹੇ। ਮਿਹਨਤ ਕਰਕੇ ਜਦੋਂ ਘਰ ਬਣਵਾਇਆ
ਤਾਂ ਮਨ ਦੇ ਅੰਦਰ ਇੱਛਾ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨ ਪਾਉਣ, ਪਹਿਲਾਂ ਗੁਰੂ ਦੇ ਦਰਸ਼ਨ ਹੋਣ। ਜਦੋਂ ਘਰ ਤਿਆਰ ਹੋ ਗਿਆ, ਉਹਨੇ ਦਿਨ ਰੱਖ ਲਿਆ ਵੀ ਚਲੋ ਨਗਰ ਦੇ ਹੋਰ ਗੁਰੂ ਦੇ ਸਿੱਖ ਸੀ, ਉਹਨੇ ਕਿਹਾ ਵੀ ਭਾਈ ਪਹਿਲਾਂ ਅਰਦਾਸ ਕਰੋ, ਗੁਰੂ ਦੀ ਬਾਣੀ ਦਾ ਕੀਰਤਨ ਕਰੋ, ਫਿਰ ਇਸ ਘਰ ਦੇ ਅੰਦਰ ਆਪਣਾ ਵਾਸਾ ਕਰਿਓ। ਉਹਨੇ ਕੀਰਤਨ ਵੀ ਰੱਖ ਲਿਆ, ਸੰਗਤ ਵੀ ਸੱਦ ਲਈ, ਲੰਗਰ ਵੀ ਤਿਆਰ ਕਰ ਲਿਆ। ਫਿਰ ਮਨ ਦੇ ਅੰਦਰ ਤਾਂਘ ਪੈਦਾ ਹੋਈ, ਮਨ ਦੀ ਇੱਛਾ ਸੀ ਗੁਰੂ ਦਰਸ਼ਨ ਦੇਣ, ਛੇਵੇਂ ਪਾਤਸ਼ਾਹ ਚਰਨ ਪਾਉਣ। ਤਾਂ ਮਨ ਦੇ ਅੰਦਰ ਇਸ ਤਰ੍ਹਾਂ ਇੱਛਾ ਰੱਖ ਕੇ ਬਹਿ ਗਿਆ, ਕਹਿੰਦਾ ਜਿੰਨੀ ਦੇਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨ ਨਹੀਂ ਪਾਉਂਦੇ ਉਨੀ ਦੇਰ ਘਰ ਵਿੱਚ ਸਮਾਨ ਨਹੀਂ ਰੱਖਣਾ। ਕੀਰਤਨ ਹੋਇਆ, ਲੰਗਰ ਤਿਆਰ ਹੋ ਗਿਆ। ਸਿੱਖ ਪੁੱਛਦੇ ਨੇ ਭਾਈ ਹੁਣ ਸਮਾਨ ਘਰ ਵਿੱਚ ਰਖਵਾ ਦਈਏ, ਭੋਗ ਪਾਈਏ? ਤਾਂ ਉਹਨੇ ਕਿਹਾ ਨਹੀਂ, ਜਿੰਨੀ ਦੇਰ ਛੇਵੇਂ ਪਾਤਸ਼ਾਹ ਚਰਨ ਨਹੀਂ ਪਾਉਂਦੇ, ਉਹ ਦਰਸ਼ਨ ਦੇਣਗੇ ਤਾਂ ਫਿਰ ਇਸ ਘਰ ਵਿੱਚ ਅਸੀਂ ਵਸਣਾ। ਕਈਆਂ ਨੇ ਪੁੱਛਿਆ ਵੀ ਤੂੰ ਸੁਨੇਹਾ ਦਿੱਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਤੈਨੂੰ ਮਿਲੇ ਸੀ, ਤੂੰ ਕਹਿ ਕੇ ਆਇਆ? ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੂੰ ਸੱਦਿਆ ਹੋਇਆ ਹੈ, ਫਿਰ ਅਸੀਂ ਹੋਰ ਉਡੀਕ ਕਰ ਲੈਂਦੇ 2 ਘੜੀਆਂ। ਤਾਂ ਉਹਨੇ ਕਿਹਾ ਨਹੀਂ, ਸੱਦਿਆ ਨਹੀਂ ਹੈ, ਮੇਰੇ ਅੰਦਰ ਇੱਛਾ ਵਿਸ਼ਵਾਸ ਹੈ, ਗੁਰੂ ਅੰਤਰਜਾਮੀ ਹੈ, ਉਹ ਜ਼ਰੂਰ ਆਉਣਗੇ। ਤਾਂ ਕਈ ਬੰਦੇ ਫਿਰ ਕਹਿਣ ਲੱਗ ਪਏ ਬੰਦਾ ਮੂਰਖ ਹੈ, ਦੇਖੋ ਜੀ ਬਿਨਾਂ ਸੱਦੇ ਤੋਂ ਕਿਵੇਂ ਗੁਰੂ ਸਾਹਿਬ ਆ ਜਾਣਗੇ, ਜਦੋਂ ਉਹਨਾਂ ਨੂੰ ਸੱਦਿਆ ਹੀ ਨਹੀਂ ਹੈ, ਉਹ ਕੀ ਪਤਾ ਇਸ ਵਕਤ ਕਿੱਥੇ ਹੋਣ। ਦੋਵੇਂ ਮੀਆਂ ਬੀਬੀ ਪੂਰਾ ਵਿਸ਼ਵਾਸ ਰੱਖ ਕੇ ਬਹਿ ਗਏ। ਸਿੱਖਾਂ ਨੂੰ ਕਹਿ ਦਿੱਤਾ ਭਾਈ ਕੀਰਤਨ ਦਾ ਭੋਗ ਪਾ ਦਿਓ, ਲੰਗਰ ਛਕਾ ਦਿਓ, ਸਾਰੇ ਨਗਰ ਨੂੰ ਭੋਜਨ ਪ੍ਰਸ਼ਾਦਾ ਛਕਾ ਦਿੱਤਾ। ਕੀਰਤਨ ਸਮਾਪਤ ਹੋ ਗਿਆ, ਲੰਗਰ ਪ੍ਰਸ਼ਾਦਾ ਛਕ ਲਿਆ, ਸਭ ਵਧਾਈਆਂ ਦੇ ਕੇ ਫਿਰ ਚਲੇ ਗਏ। ਕੋਈ ਗੱਲ ਕਹਿੰਦੇ ਚੰਗਾ ਭਾਈ ਪ੍ਰੇਮਿਆ ਫਿਰ ਅਸੀਂ ਚੱਲਦੇ ਹਾਂ। ਕਈ ਬੰਦੇ ਅੱਗੇ ਪਿੱਛੇ ਜਾ ਕੇ ਕਹਿਣ ਮੂਰਖ ਬੰਦਾ ਹੈ, ਬਿਨਾਂ ਸੱਦੇ ਤੋਂ ਗੁਰੂ ਸਾਹਿਬ ਕਿਵੇਂ ਆ ਜਾਣਗੇ। ਪੁਰਾਣੇ ਘਰ ਤੋਂ ਸਮਾਨ ਢੋਕ ਕੇ ਬਾਹਰ ਰੱਖ ਲਿਆ, ਸਿਰਫ ਘਰ ਵਿੱਚ ਰੱਖਣਾ ਸੀ, ਰੱਖਣ ਤੋਂ ਰੁਕ ਗਿਆ। ਗੁਰੂ ਦੇ ਦਰਸ਼ਨ ਹੋਣ ਤਾਂ ਰੱਖਣਾ। ਕਹਿੰਦੇ ਦੁਪਹਿਰ ਲੰਘ ਗਈ, ਸ਼ਾਮ ਲੰਘ ਗਈ, ਗਰਮੀਆਂ ਦੇ ਦਿਨ ਸਨ, ਦਿਨ ਢਲਣ ਲੱਗ ਪਿਆ। ਕਈ ਬੰਦੇ ਆ ਕੇ ਕਿਹਾ ਵੀ ਮੂਰਖਮਤੀ ਨਾ ਕਰ ਭਾਈ ਪ੍ਰੇਮੇ, ਜਦੋਂ ਮਹਾਰਾਜ ਨੂੰ ਸੱਦਿਆ ਨਹੀਂ, ਕੀ ਪਤਾ ਉਹ ਕਿੱਥੇ ਹੋਣਗੇ, ਐਂ ਥੋੜ੍ਹੀ ਤੇਰੇ ਘਰ ਆ ਜਾਣਗੇ। ਉਹਨੇ ਕਿਹਾ ਨਹੀਂ, ਨਾਲੇ ਮੈਂ ਰੋਜ਼ ਪੜ੍ਹਦਾ ਕਿ ਘੱਟ ਘੱਟ ਕੇ ਪਟ ਪਟ ਕੀ ਜਾਨਾ, ਜੇ ਉਹ ਗੁਰੂ ਅੰਤਰਜਾਮੀ ਹੈ ਤਾਂ ਜ਼ਰੂਰ ਆਉਣਗੇ। ਨਾਲੇ ਪੜ੍ਹੀ ਦਾ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਸਮਝਾਉਣ ਵਾਲੇ ਚਲੇ ਗਏ। ਇੰਨੇ ਨੂੰ ਸੂਰਜ ਢਲਦਿਆਂ ਸਾਰ ਹਵਾ ਚੱਲੀ, ਬੱਦਲ ਫੈਲ ਗਿਆ, ਬਰੀਕ ਕਿਣੀਆਂ ਦਾ ਮੀਂਹ ਡਿੱਗਣ ਲੱਗ ਪਿਆ। ਹੁਣ ਤਾਂ ਪਿੰਡ ਵਾਲੇ ਆ ਕੇ ਕਹਿੰਦੇ ਨੇ ਪ੍ਰੇਮਿਆਂ ਤੇਰਾ ਸਮਾਨ ਮੀਂਹ ਵਿੱਚ ਭਿੱਜ ਚੱਲਿਆ, ਥੋੜ੍ਹੀ ਬਹੁਤੀ ਅਕਲ ਕਰ, ਸਮਾਨ ਚੁੱਕ ਅੰਦਰ ਰੱਖ, ਤੇਰਾ ਸਮਾਨ ਨਵੇਂ ਘਰ ਵਿੱਚ ਰੱਖ ਦਈਏ। ਉਹਨੇ ਇੱਕੋ ਗੱਲ ਕਹੀ, ਗੁਰੂ ਸਾਹਿਬ ਆਉਣਗੇ ਤਾਂ ਸਮਾਨ ਰੱਖਾਂਗੇ, ਨਹੀਂ ਤਾਂ ਇਸ ਘਰ ਵਿੱਚ ਚਰਨ ਅਸੀਂ ਨਹੀਂ ਪਾ ਸਕਦੇ, ਅਸੀਂ ਨਹੀਂ ਰਹਿ ਸਕਦੇ ਜਿੰਨੀ ਦੇਰ ਗੁਰੂ ਸਾਹਿਬ ਦਰਸ਼ਨ ਨਹੀਂ ਦਿੰਦੇ। ਵਿਸ਼ਵਾਸ ਤੇ ਪ੍ਰੇਮ, ਕਿਉਂਕਿ ਜਿਨ੍ਹਾਂ ਦੇ ਅੰਦਰ ਰੱਦਣ ਜਿਹੜੇ ਜਪਦੇ ਨੇ ਉਹਨਾਂ ਦੇ ਅੰਦਰ ਫਿਰ ਲਾਲਸਾ ਵੀ ਜਾਗਦੀ, ਦਰਸ਼ਨ ਵੀ ਕਰੀਏ। ਜਦੋਂ ਤੁਸੀਂ ਬਾਣੀ ਪੜ੍ਹਨ ਲੱਗ ਜਾਓ, ਨਾਮ ਜਪਣ ਲੱਗ ਜਾਓ, ਤੁਹਾਡੀ ਇੱਛਾ ਜਾਗੇਗੀ ਮਹਾਰਾਜ ਦਾ ਪਾਠ ਘਰ ਵਿੱਚ ਕਰਾਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਘਰ ਵਿੱਚ ਪਵਾਈਏ। ਫਿਰ ਤੁਹਾਡੇ ਅੰਦਰ ਇੱਛਾ ਪੈਦਾ ਹੋਏਗੀ, ਪਹਿਲਾਂ ਨਹੀਂ ਹੁੰਦੀ। ਨਹੀਂ ਤਾਂ 20-20 ਸਾਲ ਹੋ ਗਏ, ਕਦੇ ਲੋਕਾਂ ਦੇ ਮਨ ਅੰਦਰ ਇੱਛਾ ਹੀ ਨਹੀਂ ਜਾਗੀ ਵੀ ਮਹਾਰਾਜ ਦੀ ਬਾਣੀ ਦਾ ਪਾਠ ਕਰਾਈਏ, ਘਰ ਵਿੱਚ ਗੁਰੂ ਸਾਹਿਬ ਦੇ ਚਰਨ ਪੈਣ। ਜਦੋਂ ਤੁਸੀਂ ਪਿਆਰ ਕਰਨ ਲੱਗ ਜਾਓਗੇ ਫਿਰ ਇੱਛਾ ਜਾਗੇਗੀ, ਇੱਛਾ ਜਾਗੇਗੀ, ਗੁਰੂ ਸਾਹਿਬ ਆਪਣੇ ਆਪ ਫਿਰ ਉਹ ਰਸਤਾ ਬਣਾ ਦਿੰਦੇ। ਅੱਜ ਜਦੋਂ ਸਿੱਖ ਦੇ ਮਨ 'ਚ ਇੰਨੀ ਇੱਛਾ ਜਾਗ ਗਈ, ਬਾਰਿਸ਼ ਸ਼ੁਰੂ ਹੋ ਗਈ, ਕਿਣੀਆਂ ਡਿੱਗਣ ਲੱਗ ਪਈਆਂ, ਮੀਂਹ ਵਿੱਚ ਉਹ ਸਮਾਨ ਉਹਦਾ ਘਰ ਦਾ ਭਿੱਜਣ ਲੱਗ ਪਿਆ। ਇੱਕ ਪਾਸੇ ਆਕਾਸ਼ ਵਿੱਚੋਂ ਕਿਣੀਆਂ ਡਿੱਗਦੀਆਂ ਨੇ, ਦੂਜਾ ਦੋਵਾਂ ਮੀਆਂ ਬੀਬੀ ਦੇ ਅੱਖਾਂ ਵਿੱਚੋਂ ਹੰਝੂ, ਵਿਰਾਗ ਦੇ ਉਹ ਹੰਝੂ, ਵਿਰਾਗ ਦਾ ਪਾਣੀ ਅੱਖਾਂ 'ਚੋਂ ਨਿਕਲ ਰਿਹਾ। ਇੰਨੇ ਨੂੰ ਹੈਰਾਨੀ ਦੀ ਹੱਦ ਨਾ ਰਹੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ 'ਤੇ ਸਵਾਰ ਪਾਤਸ਼ਾਹ ਦੇ ਨਾਲ 30-35-40 ਸਿੱਖ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਨਗਰ ਵਿੱਚ ਪ੍ਰਵੇਸ਼ ਕਰ ਗਏ। ਸਿੱਧੇ ਆ ਕੇ ਪਾਤਸ਼ਾਹ ਉਸੇ ਦੇ ਘਰ ਅੱਗੇ ਰੁਕੇ, ਘੋੜੇ ਤੋਂ ਉਤਰ ਕੇ ਮੋਢਾ ਹਿਲਾ ਕੇ ਉਹਦੀ ਬਾਂਹ ਪਕੜ ਕੇ ਕਹਿੰਦੇ ਨੇ, ਉੱਠ ਪ੍ਰੇਮਿਆ, ਚੱਲ ਬਈ ਤੇਰੇ ਘਰ ਵਿੱਚ ਚਰਨ ਪਾਈਏ।
बस हैरानी दी हद ना रही, वेख के दर्शन देखत ही सुध की ना सुध रही, बुद्ध की ना बुद्ध रही। रौला पै गया। गुरु हरगोबिंद साहब महाराज आ गए। गुरु हरगोबिंद साहब महाराज आ गए, नगर इकट्ठा हो गया। पातशाह ने कहा भाई संगत नूं सारे जने पहलां समान प्रेमे दा उहदे घर च रखो। समान उहदे घर दे अंदर रखिया। पातशाह ने उत्थे बह के समा होया, कीर्तन होया, रात पई, गुरु के लंगर छके। सवेरे चलन लग्या पातशाह ने बचन कहे प्रेमिया इस धरती उत्ते लोकां दे महल बनणगे, घर बनणगे, कोई हवेलियां दा मालक होएगा, कोई महलां दा मालक होएगा, पर प्रेमिया तेरे घर वर्गा किसी दा घर नहीं होएगा। क्यों? तेरे घर विच गुरु ने चरण पा दिते। वो घर कल्ला बाहर दा नहीं, हिरदे दा घर भी। घर सुख वसिया वहर सुख पाया, कहो नानक गुर मंत्र दृढ़ाया। अज पातशाह का वह स्थान बहुत सुंदर बनया होया। सतगुरु गुरु अर्जन देव महाराज बख्शिश कर दे, भाई तू उन्होंने सिमर, फिर अंदर तेरे इच्छा पैदा होएगी। कादी? हर दर्शन को मन लोचदा, नानक प्यास मना। जिवें पानी की प्यास लगती, ऐदां दर्शनां की प्यास होएगी। फिर अरदास पैदा होएगी, बहुत जन्म बिछरे थे माधो, ये जन्म तुम्हारे लिखे, कह रविदास आस लग जीवों, चिर पैओ दर्शन देखे। हर दर्शन को मन लोचदा, नानक प्यास मना। फिर पातशाह ने बचन कह खीर ते कहंदे, चेत मिलाए सो प्रभु, तिसकै पाए लगा। भाई जिन्होंने अकाल पुरख वाहिगुरु ने कृपा बख्शिश की, चेत के महीने अपना मलाप बख्शिया, अपना नाम बख्शिया, अकाल पुरख वाहिगुरु के चरणों में जुड़ गए, वो सत्कारयोग हो गए, पूजनयोग हो गए, वो प्रभु परमात्मा के चरणों में प्रवान हो गए। चेत का महीना उन्होंने वास्ते सुखदाई जिन्होंने वाहिगुरु जी के नाम की याद है। इस महीने वनस्पति खिलती है, फुलों में रस भरदा है, हरियावल आउंदी है, पर कदों जिहड़े बूटे जड़ नाल जुड़े। इदां साध संगत अपने जीवन में भी चेत वर्गी वसंत आ सकती है, खुशी आ सकती है, जे आपां सुरत करके चित्त करके अकाल पुरख वाहिगुरु जी के चरणों नाल जुड़ जाइए। क्योंकि मूल वाहिगुरु जी का नाम है। ताइयों पातशाह ने कहा मात गर्भ में अपन सिमरन दे। उत्थे रब ने तैनू अपना सिमरन दिता है। तै तुम राखण हारे, पावक सागर था लहर में, तारो तार नहारे। आओ एक मिनट अपना ध्यान टिकाओ, आपां सारे जपीए। क्यों? मन अंदरों सुखी तां होना है, खड़ाओ तां आना है। वो आनंद जिन्हों पातशाह ने अज कहा चेत गोविंद राधिए, होवे आनंद कणा, वो चेते करन नाल ही आनंद आउणा। सारे प्यार नाल चित्त जोड़ के आपां जपीए, वाहिगुरु 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 वाहिगुरु
ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਆਪਾਂ ਨੂੰ ਇਹ ਚੇਤ ਦੇ ਮਹੀਨੇ ਵਿੱਚ ਹਰ ਵਕਤ ਵਾਹਿਗੁਰੂ ਜੀ ਦਾ ਚੇਤਾ ਰਵੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਰਵੇ, ਫਿਰ ਆਪਣਾ ਜੀਵਨ ਜਨਮ ਇਹ ਸਮਾਂ ਸਵਾਸ ਸਫਲ ਹੋਣਗੇ। ਆਓ ਆਖਰੀ ਪੰਕਤੀਆਂ ਪਿਆਰ ਨਾਲ ਪੜ੍ਹੀਏ, ਫਿਰ ਸਮਾਪਤੀ ਹੈ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।